धन अन के बार सर्व कला समरथ। ढोलन ते राखो प्रभु नानक दे कर हथ। श्री गुरु ग्रंथ साहिब महाराज जी दी पावन पवित्र हजूरी अंदर सुभाईमान गुरु प्यारी गुरु सवारी साध संगत जी, आप जी पावन सत संगत दे रूप विच गुरुद्वारा सीसगंज साहिब विखे जुड़ बैठे हो और जो निरंतर ही गुरु अर्जन साहिब जी महाराज द्वारा रचित बाणी सुखमणी साहिब जी दी अर्थ विचार उस दे परमार्थ नूं श्रवण कर रहे हो। क्योंकि गुरबाणी मनुख नूं मानसिक गरीबी तो कढ़ के अध्यात्मक गरीबी तो कढ़ के अमीर बनाउंदी है। कई बारी मनुख समाजिक करके भी गरीब होए और उस नूं दुनियावी तौर ते कोई भी उहदा साथ देने वाला ना होए, सारे जिन्ने भी आसरे हुंदे ने समाजिक परिवार दे समाज दे सारे ही खत्म हो जाण। उस समय भी जे मनुख नूं परमात्मा चेते आ जावे, परमात्मा उस दा साथ दिंदा है, उस दे नाल उस दा साथ निभाउंदा है। कल आपां कथा दे विच श्रवण कीता सी दुनिया दे उत्ते जिन्ना भी पसारा खिलरिया होया है, हरेक पसारे दे पिछे, हरेक कारण दे पिछे, हरेक शरीर दे पिछे जे कोई कारण है तो वो परमात्मा है। परमात्मा तो बिना इस दुनिया ते कुछ भी नहीं। दुनिया एक बाग दी तरह है, जिवें एक बाग दे अंदर कई प्रकार दे फुल हुंदे ने। महाराज बाणी च भी कहिंदे ने, नानक रचना प्रभ रची बहु विध अनेक प्रकार। जिवें एक बाग हुंदा है, बाग दे विच वख-वख तरीकां दे फुल हुंदे ने, फल हुंदे ने, तां ही उस नूं बाग किहा जांदा है। क्यों? उस दे विच सारे तरीकिਆਂ ਦੇ दरख्त ने। उन्हां दरख्तां नूं लाउण वाला भी माली है ते सज्जनों ध्यान रखना, उन्हां नूं पुੱਟਣ वाला भी माली है। जदों माली दरख्त लाउंदा है, पेड़ पौधे लाउंदा है, ਉਹਦੇ ਲਾਉਣ ਵਿੱਚ ਵੀ ਉਹ ਮੁਸਕਰਾਉਂਦਾ ਹੈ, ਹੱਸਦਾ ਹੈ। ਜਦੋਂ ਪੱਟਦਾ ਹੈ ਉਦੋਂ ਵੀ ਹੱਸਦਾ ਹੈ, ਖੁਸ਼ ਹੁੰਦਾ ਹੈ। ਇਵੇਂ ਦੁਨੀਆ ਦੇ ਉੱਤੇ ਕੁਝ ਲੋਕ ਐਸੇ ਨੇ ਜਿਹੜੇ ਖੱਟੇ ਬੋਲਦੇ ਨੇ, ਕੌੜੇ ਬੋਲਦੇ ਨੇ। ਕਈ ਐਸੇ ਨੇ ਜਿਹੜੇ ਮਿੱਠ ਬੋਲੜੇ ਨੇ। ਜਿਵੇਂ ਬਾਗ ਦੇ ਵਿੱਚ ਕਈ ਅੰਬ ਹੁੰਦੇ ਨੇ, ਕਈ ਨਿੰਬੂ ਹੁੰਦੇ ਨੇ, ਆਵਲਿਆਂ ਵਰਗੇ ਵੀ ਹੁੰਦੇ ਨੇ। ਐਵੇਂ ਮਨੁੱਖਾਂ ਦੇ ਸੁਭਾਅ ਵੀ ਨੇ। ਦੁਨੀਆ ਤੇ ਕੋਈ ਅੰਬਾਂ ਵਰਗੇ ਮਿੱਠੇ ਨੇ, ਕਈ ਨਿੰਬੂਆਂ ਵਰਗੇ ਕੌੜੇ ਨੇ, ਖੱਟੇ ਨੇ। ਪਰ ਦੁਨੀਆ ਵਿੱਚ ਜ਼ਰੂਰਤ ਦੋਵਾਂ ਦੀ ਹੈ। ਬਾਗ ਨੂੰ ਜੇ ਬਾਗ ਬਣਾਈ ਰੱਖਣਾ ਹੈ ਫਿਰ ਸਾਰਿਆਂ ਦੀ ਜ਼ਰੂਰਤ ਹੈ। ਇਵੇਂ ਦੁਨੀਆ ਦੇ ਵਿੱਚ ਜਿੱਥੇ ਅਭਿਮਾਨੀ ਨੇ, ਅਗਿਆਨੀ ਨੇ, ਕ੍ਰੋਧੀ ਨੇ, ਕਾਮੀ ਨੇ, ਉੱਥੇ ਜਪ ਕਰਨ ਵਾਲੇ ਵੀ ਨੇ, ਤਪ ਕਰਨ ਵਾਲੇ ਵੀ ਨੇ। ਜਿੱਥੇ ਅਮੀਰ ਨੇ ਉੱਥੇ ਗਰੀਬ ਵੀ ਨੇ। ਇਸ ਕਰਕੇ ਇਹ ਪ੍ਰਮਾਤਮਾ ਦੀ ਬਣਤਰ ਹੀ ਦੁਨੀਆ ਦੀ ਇਸ ਪ੍ਰਕਾਰ ਦੀ ਹੈ। ਉਹਨੂੰ ਚਾਹੁੰਦਾ ਹੀ ਇਹ ਕੁਛ ਹੈ ਤੇ ਉਹ ਆਪਣੀ ਮਰਜ਼ੀ ਦੇ ਨਾਲ ਹੀ ਸਭ ਕੁਝ ਕਰ ਰਿਹਾ ਹੈ। ਕੱਲ ਤਾਈਂ ਆਪਾਂ ਇਹ ਸ਼ਰਵਣ ਕੀਤਾ ਸੀ। ਅੱਜ ਵੀ ਮਹਾਰਾਜ ਇਹੀ ਦੱਸਦੇ ਨੇ ਉਸ ਦੀ ਪ੍ਰਕਿਰਤੀ ਦੇ ਵਿੱਚ ਹੋਰ ਕਿਹੋ ਜਿਹੇ ਮਨੁੱਖ ਨੇ। ਕੱਲ ਜਿੱਥੇ ਅਸੀਂ ਸੁਭਾਅ ਇਹ ਵੇਖਿਆ ਸੀ, ਜਪ ਕਰਨ ਵਾਲੇ ਨੇ, ਤਪ ਕਰਨ ਵਾਲੇ ਨੇ,
ਅੱਜ ਉਸ ਤੋਂ ਅੱਗੇ ਮਹਾਰਾਜ ਦੱਸਣਾ ਚਾਹੁੰਦੇ ਨੇ ਅੱਗੇ ਕਿਹੜੇ ਪ੍ਰਕਾਰ ਦੀ ਪ੍ਰਕਿਰਤੀ ਹੈ, ਕਿਹੜੇ ਪ੍ਰਕਾਰ ਦੇ ਲੋਕ ਇੱਥੇ ਰਹਿੰਦੇ ਨੇ, ਉਸ ਦੇ ਬਾਰੇ ਆਪਾਂ ਹੁਣ ਬੜੀ ਗਹਿਨਤਾ ਦੇ ਨਾਲ, ਤੁਸ਼ ਬੁੱਧੀ ਦੇ ਨਾਲ, ਜਿਵੇਂ ਗੁਰੂ ਜੀ ਕਿਰਪਾ ਕਰਨਗੇ ਉਸ ਤਰੀਕੇ ਨਾਲ ਆਪਾਂ ਵਿਚਾਰ ਆਰੰਭ ਕਰਾਂਗੇ। ਗੁਰੂ ਮਹਾਰਾਜ ਇਹੀ ਕਹਿੰਦੇ ਨੇ, ਕਹਿੰਦੇ ਹੈ ਮਨੁੱਖ, ਆਪਣੀ ਜ਼ਿੰਦਗੀ ਦੇ ਵਿੱਚ ਤੂੰ ਇਹ ਸਮਝ ਲੈ, ਦੁਨੀਆ ਦੇ ਉੱਤੇ ਜਿਹੜੀ ਵੀ ਸ਼ਖਸੀਅਤ, ਜਿਹੜਾ ਵੀ ਰੋਲ ਤੈਨੂੰ ਮਿਲਿਆ ਹੋਇਆ ਹੈ, ਇਹ ਪ੍ਰਮਾਤਮਾ ਦੀ ਬਖਸ਼ਿਸ਼ ਹੈ। ਜੇ ਅੱਜ ਗਰੀਬੀ ਵਿੱਚ ਜੀ ਰਹੇ ਹੈ, ਇਹ ਵੀ ਦਰਿਦਰਤਾ ਵੀ ਉਸ ਨੇ ਦਿੱਤੀ ਹੋਈ ਹੈ, ਤੇ ਜਦੋਂ ਤਾਈਂ ਉਸ ਦੀ ਬੰਦਗੀ ਨਹੀਂ ਕਰੇਗਾ ਉਦੋਂ ਤਾਈਂ ਇਹ ਖਤਮ ਵੀ ਨਹੀਂ ਹੋਣੀ। ਜੇ ਅੱਜ ਸੁੱਖ ਮਿਲੇ ਹੋਏ ਨੇ, ਸੁੱਖ ਉਹਦੇ ਹੀ ਦਿੱਤੇ ਹੋਏ ਨੇ, ਤੇ ਕਿਉਂਕਿ ਸਾਧ ਸੰਗਤ ਜਿੰਨੀ ਕੁ ਮਨੁੱਖ ਦੀ ਪ੍ਰਾਲਬਧ ਹੁੰਦੀ ਹੈ ਉਸ ਦੇ ਅਨੁਸਾਰ ਉਸ ਨੂੰ ਮਿਲਦਾ ਰਹਿੰਦਾ ਹੈ। ਕਈ ਵਾਰੀ ਐਸਾ ਹੁੰਦਾ ਹੈ ਮਨੁੱਖ ਬੰਦਗੀ ਵੀ ਕਰਦਾ ਹੈ, ਸੇਵਾ ਵੀ ਕਰਦਾ ਹੈ, ਪਰ ਉਹਦੀਆਂ ਜਿਹੜੀਆਂ ਸਮਾਜਿਕ ਉਲਝਣਾਂ ਨੇ, ਘਰ ਪਰਿਵਾਰ ਦੀਆਂ ਮੁਸ਼ਕਲਾਂ ਨੇ, ਉਹ ਖਤਮ ਨਹੀਂ ਹੁੰਦੀਆਂ। ਉਸ ਦਾ ਕਾਰਨ ਕੀ ਹੈ? ਪ੍ਰਾਲਬਧ। ਜੋ ਉਸ ਨੇ ਪਹਿਲਾਂ ਕਰਮ ਕਮਾਏ ਨੇ, ਜੋ ਪਹਿਲਾਂ ਕਰਮ ਕਮਾਏ ਹੋਏ ਨੇ, ਉਹਨਾਂ ਦੇ ਸੰਸਕਾਰ, ਉਹਨਾਂ ਦਾ ਫਲ ਇਹਨੂੰ ਭੋਗਣਾ ਪੈਂਦਾ ਹੈ। ਹੁਣ ਜਿਵੇਂ ਜਿਵੇਂ ਮਨੁੱਖ ਬੰਦਗੀ ਕਰਦਾ ਹੈ ਉਹਦੀ ਪ੍ਰਾਲਬਧ ਬਦਲਦੀ ਹੈ। ਫਿਰ ਜਿਵੇਂ ਜਿਵੇਂ ਪ੍ਰਾਲਬਧ ਬਦਲਦੀ ਜਾਏਗੀ ਉਵੇਂ ਉਵੇਂ ਮਨੁੱਖ ਦੀ ਜ਼ਿੰਦਗੀ ਜਿਹੜੀ ਹੈ, ਪਰਿਵਾਰਕ ਜ਼ਿੰਦਗੀ ਬਦਲਦੀ ਜਾਏਗੀ। ਪਰ ਬਦਲਦੀ ਹੌਲੀ ਹੌਲੀ ਹੈ, ਕਿਉਂਕਿ ਕਈ ਵਾਰੀ ਪਿਛਲੇ ਕੀਤੇ ਸੰਸਕਾਰਾਂ ਦਾ ਮਨੁੱਖ ਤੇ ਬੋਝ ਬੜਾ ਤਕੜਾ ਹੁੰਦਾ ਹੈ। ਹੁਣ ਮਹਾਰਾਜ ਇੱਥੇ ਕਹਿੰਦੇ ਨੇ, ਕਈ ਕੋਟ ਭਏ ਅਭਿਮਾਨੀ। ਪਰਮਾਤਮਾ ਦੀ ਇਸ ਕੁਦਰਤ ਦੇ ਵਿੱਚ ਕਈ ਲੋਕ ਅਭਿਮਾਨੀ ਨੇ, ਕਈ ਕਰੋੜਾਂ ਹੀ ਲੋਕ ਜਿਨ੍ਹਾਂ ਦੇ ਵਿੱਚ ਹਉਮੈ ਹੈ। ਹੁਣ ਸਾਧ ਸੰਗਤ ਵੈਸੇ ਤੇ ਬਾਣੀ ਇਹ ਕਹਿੰਦੀ ਹੈ, ਜਿਤ ਜਿਤ ਲਾਵਹੋ ਤਿਤ ਤਿਤ ਲਗਨਾ। ਜਿੱਥੇ ਜਿੱਥੇ ਪਰਮਾਤਮਾ ਕਿਸੇ ਨੂੰ ਲਾਉਂਦਾ ਹੈ, ਉੱਥੇ ਉੱਥੇ ਹੀ ਉਹ ਜੀਵ ਲੱਗਿਆ ਹੋਇਆ ਹੈ। ਭਾਵ ਪਰਮਾਤਮਾ ਤੋਂ ਬਾਹਰ ਨਹੀਂ ਹੈ ਕੋਈ। ਜਿੱਥੇ ਜਿੱਥੇ ਜੀਵ ਨੂੰ ਪਰਮਾਤਮਾ ਨੇ ਲਾਇਆ ਹੋਇਆ ਹੈ, ਉਸੇ ਕਾਰਜ ਵਿੱਚ ਉਹ ਲੱਗਿਆ ਹੋਇਆ ਹੈ। ਪਰਮਾਤਮਾ ਤੋਂ ਬਾਹਰ ਦੁਨੀਆ ਤੇ ਕੋਈ ਕੁਛ ਨਹੀਂ ਕਰ ਰਿਹਾ। ਇਸ ਕਰਕੇ ਉਹਦੀ ਪ੍ਰਕਿਰਤੀ ਦੇ ਵਿੱਚ, ਜਿਵੇਂ ਬਾਗ ਦੇ ਵਿੱਚ ਕਈ ਨਿੰਬੂਆਂ ਵਰਗੇ ਹੁੰਦੇ ਨੇ ਤੇ ਕਈ ਕੰਡੇ ਲੱਗੇ ਹੁੰਦੇ ਨੇ, ਇਸੇ ਤਰੀਕੇ ਦੇ ਨਾਲ ਕਈ ਮਨੁੱਖ ਐਸੇ ਨੇ ਜਿਨ੍ਹਾਂ ਦੇ ਸੁਭਾਅ ਮਾੜੇ ਹਨ, ਅਗਿਆਨੀ ਨੇ ਜਾਂ ਅਭਿਮਾਨੀ ਨੇ। ਹੁਣ ਅਭਿਮਾਨੀ ਮਨੁੱਖ ਆਪਣੇ ਆਪ ਨਹੀਂ ਬਣਿਆ, ਇਹ ਪਰਮਾਤਮਾ ਦਾ, ਜਿਵੇਂ ਜਿਵੇਂ ਇਹਨੂੰ ਪਰਮਾਤਮਾ ਨੇ ਕਰਮ ਦਿੱਤੇ ਨੇ, ਜਿਵੇਂ ਜਿਵੇਂ ਇਹ ਪਰਮੇਸ਼ਰ ਤੋਂ ਤੁਰਿਆ, ਵਿਛੜ ਕੇ ਇਹਦੇ ਅੰਦਰ ਅਭਿਮਾਨਤਾ ਆ ਗਈ। ਮਨੁੱਖ ਦੇ ਵਿੱਚ ਜੇ ਸਭ ਤੋਂ ਵੱਡਾ ਰੋਗ ਕੋਈ ਲੱਗਿਆ ਹੈ, ਇਹਨੂੰ ਗੁਰਬਾਣੀ ਹਉਮੈ ਦਾ ਰੋਗ ਕਹਿੰਦੀ ਹੈ। ਹਉਮੈ ਦਾ ਜਿਹੜਾ ਰੋਗ ਹੈ, ਇਸ ਦੇ ਵਿੱਚ ਮਨੁੱਖ ਨੂੰ ਇਹ ਪਤਾ ਲੱਗ ਜਾਂਦਾ ਹੈ, ਹਉਮੈ ਦੇ ਰੋਗ ਵਿੱਚ ਮਨੁੱਖ ਆਪਣੇ ਆਪ ਨੂੰ ਇਹ ਸਮਝਦਾ ਹੈ ਮੈਂ ਕੁਝ ਕਰਨ ਵਾਲਾ ਹਾਂ। ਜਦੋਂ ਮਨੁੱਖ ਆਪਣੇ ਆਪ ਨੂੰ ਕਰਤਾ ਸਮਝਣ ਲੱਗ ਜਾਂਦਾ ਹੈ, ਉਦੋਂ ਸਮਝ ਲਓ ਇਹਦੀ ਜ਼ਿੰਦਗੀ ਖਰਾਬ ਵਾਲੀ ਦਿਸ਼ਾ ਦੇ ਵਿੱਚ ਜਾਣੀ ਸ਼ੁਰੂ ਹੋ ਜਾਂਦੀ ਹੈ। ਹੁਣ ਮਨੁੱਖ ਕਈ ਵਾਰੀ ਇਹ ਸੋਚਦਾ ਹੈ, ਮਤਲਬ ਬੰਦਗੀ ਕਰ ਰਿਹਾ ਹੈ, ਇਹਦੇ ਦੁੱਖੜੇ ਨੇ, ਜਿਹੜੇ ਪਰਿਵਾਰ ਦੇ ਵਿੱਚ ਮੁਸ਼ਕਿਲਾਂ ਨੇ, ਸਮਾਜ ਦੇ ਵਿੱਚ ਮੁਸ਼ਕਿਲਾਂ ਨੇ, ਉਹ ਖਤਮ ਨਹੀਂ ਹੁੰਦੀਆਂ। ਮੈਨੂੰ ਕਈ ਵਾਰੀ ਸਾਖੀ ਯਾਦ ਆਉਂਦੀ ਹੈ, ਕਹਿੰਦੇ ਇੱਕ ਵਾਰੀ ਕੋਈ ਜ਼ਿਮੀਂਦਾਰ ਆਪਣੇ ਖੇਤਾਂ 'ਤੇ ਖੜਾ ਹੋਇਆ, ਹਰਟਾਂ ਹੁੰਦੀਆਂ ਸਨ, ਬੈਲਾਂ ਦੇ ਨਾਲ ਉਹਨੂੰ ਚਲਾ ਰਿਹਾ ਸੀ। ਇੰਨੇ 'ਚ ਘੋੜੇ 'ਤੇ ਚੜ੍ਹ ਕੇ, ਘੋੜੀ 'ਤੇ ਚੜ੍ਹਿਆ ਕੋਈ ਇੱਕ ਮਨੁੱਖ ਆਇਆ, ਸੋਚਦਾ ਮੈਂ ਪਾਣੀ ਪੀਵਾਂ। ਜਿਵੇਂ ਹੀ ਉਹ ਪਾਣੀ ਪੀਣ ਲਈ ਅੱਗੇ ਵਧਿਆ, ਹਰੜ ਚੱਲਦੀ ਸੀ, ਉਹਨੇ ਆਵਾਜ਼ ਕੀਤੀ, ਘੋੜੀ ਪਿੱਛੇ ਹਟ ਗਈ। ਉਹ ਜ਼ਿਮੀਂਦਾਰ ਨੂੰ ਕਹਿੰਦਾ ਹੈ ਵੀ ਮੈਂ ਐਵੇਂ ਪਾਣੀ ਨਹੀਂ, ਇਹ ਘੋੜੀ ਤੇ ਪਿੱਛੇ ਭੱਜ ਜਾਂਦੀ ਹੈ, ਤੂੰ ਇਹਨੂੰ ਰੋਕ, ਫਿਰ ਮੈਂ ਪਾਣੀ ਪੀਵਾਂਗਾ। ਉਹਨੇ ਹਰੜ ਚਲਾਈ ਤੇ ਰੋਕ ਲਈ। ਇੰਨੇ 'ਚੋਂ ਘੋੜੀ ਨੂੰ ਲੈ ਕੇ ਉੱਥੇ ਪਹੁੰਚਿਆ, ਜਿੰਨਾ ਕੁ ਪਾਣੀ ਖਾਲ 'ਚ ਆਉਂਦਾ ਸੀ ਹਰੜ ਨਾਲ, ਸਾਰਾ ਹੀ ਚਲਾ ਗਿਆ।
फिर उन्हें दोबारा फिर हरड़ चलाई, फिर घोड़ी ने फिर परेशानी। वो कहता है असल दे विच इस साखी तो सानू सिक्ख्या ये मिलती है, जिवें हरट आवाज करता है तो मनुख पानी पीना चाहता है, पर जदों ती आवाज़ नूं शांत करन दी कोशिश कर रहे है इन्ने च पानी निकल जाता है। इवें साध संगत घर परिवार दीयां मुश्किलां ने, समाज दीयां मुश्किलां ने। जे मनुख सोचे घर परिवार दीयां मुश्किलां खत्म करके फिर मैं परमात्मा की बंदगी वाले लगांगा, एवें कदे नहीं होना। मुश्किलां नाल नाल चलदियां रहनियां ने, ते ऐसा कोई भी दुनिया ते बंदा नहीं है, मनुख नहीं है जिसने मुश्किलां खत्म कर लियां होण। बाणी कहंदी कर कर थाके वड्डे वडेरे, काज ना कीए किन्हू माया पूरे। वड्डे वडेरे भी इत्थों गए, बजुर्ग भी गए। उन्हां नूं जे पुछया जाए कि तुसीं सारे कारज पूरे कर लए ने, वो कहंदे नहीं, हजे तो बहुत कुछ रहिंदा सी। इवें ही मनुख अपनी जिंदगी दे विच आया है, जिथे परिवार दीयां मुश्किलां ने नाल नाल बंदगी करे। हौली हौली जिथे परिवार दीयां मुश्किलां हल हुंदियां ने, नाल नाल मनुख परमात्मा नाल भी जुड़ी जाता है। हुण जो जो इस दी प्रालब्ध है वो इस नूं मिलदी रहिंदी है, पर बंदगी करके इन्हां चीज़ां दी मंग करनी ये सार्थक नहीं। बंदगी करदियां करदियां मनुख नूं परमात्मा तो परमात्मा मंगना चाहिए है। क्योंकि साध संगत जे मनुख राजे दे कोल जाए और जाके राजे नूं मंग लवे, राजा जे उहदे घर आएगा, जे राजा आएगा उहदे सौण वास्ते वड्डे वड्डे बिस्तर भी आउणगे, शमियाने भी लगणगे। जदों राजा ही घर आ गया फिर राजे दीयां वस्तुआं पिछे नहीं रहिंदियां। जदों परमात्मा तो परमात्मा की मंग कर लई फिर बाकी वस्तुआं पिछे नहीं रहिंदियां। हुण महाराज जिहड़ी गल कहिंदे ने, इस दुनिया के उत्ते परमात्मा ने अड अड तरीके नाल हरेक मनुख नूं अपना अपना रोल दिता होया है। पर साध संगत याद रखना, जिहड़े मनुख नूं परमात्मा ने भगती का रोल अदा करने लई दिता होया है वो वडभागी गिणे जांदे ने। जिहड़े मनुख नूं परमात्मा ने अभिमानी का रोल दिता होया है वो परेशानी च रहिंदा है। क्योंकि अभिमान मनुख के अंदर बड़ी वड्डियां मुश्किलां पैदा करता है। हौं मैं मनुख नूं परमात्मा तो तोड़ के रखदी है, क्योंकि हौं विच फसिया होया मनुख अक्सर ये सोचता है दुनिया विच जो कुछ भी मैं कर रहा वो मैं कर रहा। अभिमानी दे ये लक्षण ने। अभिमानी मनुख जदों अपनी जिंदगी दे विच कुछ प्राप्त करता है, अभिमान दे नाल बड़ा फुल जाता है। जदों जिंदगी दे विच उहनूं कोई मरतबा प्राप्त हुंदा है तो दुनिया के लोगों को यह विखाउणा चाहुंदा है ये चीज़ मैं अपनी मेहनत के नाल प्राप्त की है, सख्त मेहनत नाल। पर जिवें दूजे बन्ने उहदे तो प्राप्त की चीज़ घरों निकल जाती है, फिर वही मनुख इन्ना ज़्यादा परेशान हुंदा है जिहदा कोई हद ही नहीं। इस करके महाराज कहते ने लाया तो परमात्मा ने अभिमान वाले बन्ने हैं, पर याद रखना उहदी सृष्टि दे विच बड़े लोग अभिमानी ने, पर जिहड़े अभिमानी ने उन्होंने परेशानी भी बड़ी है। दिन रात किसी ना किसी परेशानी में तुरे रहंदे ने, क्योंकि अभिमान तो हंकार तो क्रोध पैदा होता है। कदी वेखना बहुते हंकारी मनुख बहुते ज़्यादा क्रोधी हुंदे ने। अज दे समय दे विच हंकार बहुत ज़्यादा वध गया है। मैं कई बारी वेखदा इनू रोड रेज किया जाता है। सड़क ते जांदी कार है, नाल उस दे दूजी कार आ गई है, वो अगे कढ़ के लै गया, मनुख उहदे नाल भजाउंदा है, कहंदा ये मेरे तो अगे क्यों कढ़ के लै गया। अपनी गली दे विच खड़ा है, गली दे विच किसी ने मोटरसाइकिल खड़ी कर दिती है, दो वारी हॉर्न मारदा है, तीजी वारी गड्डी उहदे विच मारदा है। भाव कि किसी दी हिम्मत किवें है इहदे विच कोई खड़ा कर देवे। भाव ये हंकार वधिया होया है, सीमा वधी हुई है हंकार दी। एवें ही मनुख दुनिया दे विच कई तरीके नाल हंकार दा प्रदर्शन करदा है। जदों हंकारी दे नाल कोई लड़दा है फिर उहदे अंदर क्रोध पैदा हुंदा है, और जिहड़ा क्रोध हुंदा है ये बड़े तरीके प्रकार दीयां बीमारियां पैदा करदा है।
ਮੈਨੂੰ ਯਾਦ ਆਉਂਦਾ ਹੈ ਮਹਾਤਮਾ ਬੁੱਧ ਦੇ ਨਾਲ ਇੱਕ ਚੇਲਾ ਰਹਿੰਦਾ, ਸ਼ਾਇਦ ਅਨਿਰੁੱਧ ਉਹਦਾ ਨਾਂ ਹੈ। ਉਹਦੀ ਭੈਣ ਹੈ, ਜਦੋਂ ਉਹ ਪਿੰਡ ਦੇ ਵਿੱਚ ਜਾਂਦੇ ਨੇ ਸਾਰੇ ਜੀ ਮੱਥਾ ਟੇਕਣ ਆਉਂਦੇ ਨੇ, ਉਹਦੀ ਭੈਣ ਜਿਹੜੀ ਹੈ ਮੱਥਾ ਟੇਕਣ ਨਹੀਂ ਆਉਂਦੀ ਮਹਾਤਮਾ ਬੁੱਧ ਨੂੰ। ਉਹ ਦੁਬਾਰਾ ਫਿਰ ਸੁਨੇਹਾ ਭੇਜਦਾ, ਚੇਲਾ ਤੂੰ ਮੱਥਾ ਟੇਕਣ ਲਈ ਆ। ਉਹ ਆਉਂਦੀ ਆ, ਉਹ ਕਹਿੰਦੀ ਮੇਰੇ ਚਿਹਰੇ ਦੇ ਉੱਤੇ ਕਈ ਪ੍ਰਕਾਰ ਦੇ ਜਿਹੜੇ ਫੋੜੇ ਫਿੰਸੀਆਂ ਨੇ ਹੋਈਆਂ ਨੇ, ਮੈਂ ਕੁਰੂਪ ਹੋ ਗਈ ਹਾਂ। ਇਹ ਕੁਰੂਪ ਹੋਣ ਦੇ ਨਾਲ ਮੈਂ ਮੱਥਾ ਟੇਕਣ ਲਈ ਨਹੀਂ ਆਈ। ਉਹ ਕਹਿੰਦਾ ਮਹਾਤਮਾ ਬੁੱਧ ਦੇ ਨਾਲ ਜਿਹੜਾ ਚੇਲਾ ਹੈ, ਉਹ ਕਹਿੰਦਾ ਐਵੇਂ ਕਰੋ, ਤੁਸੀਂ ਆਪਣੇ ਪਿੰਡ ਜਾਓ, ਘਰ ਜਾਓ, ਜਾ ਕੇ ਉੱਥੇ ਵੱਡੀ ਧਰਮਸ਼ਾਲ ਬਣਾਓ, ਸੇਵਾ ਕਰੋ ਜਿੱਥੇ ਬੰਦਗੀ ਹੋ ਸਕੇ, ਜਿੱਥੇ ਪਰਮਾਤਮਾ ਦੀ ਵਿਚਾਰ ਧਿਆਨ ਲਗਾਇਆ ਜਾ ਸਕੇ। ਚਲੀ ਜਾਂਦੀ ਹੈ, ਭਾਵੇਂ ਪੈਸਾ ਥੋੜਾ ਸੀ ਪਰ ਸਾਰੇ ਜਣੇ ਲੱਗ ਜਾਂਦੇ ਨੇ ਕੰਮ ਵਿੱਚ। ਜਿਵੇਂ ਜਿਵੇਂ ਸੇਵਾ ਕਰਦੇ ਨੇ ਉਹਦਾ ਸਾਰਾ ਹੀ ਜਿਹੜਾ ਕਰੂਪਪਣਾ ਦੂਰ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹਨੇ 99% ਠੀਕ ਹੋ ਜਾਂਦਾ ਹੈ, 1% ਰਹਿ ਜਾਂਦਾ ਹੈ। ਫਿਰ ਆਉਂਦੀ ਹੈ ਮਹਾਤਮਾ ਦੇ ਕੋਲ, ਉਹ ਪੁੱਛਦੀ ਹੈ ਠੀਕ ਹੋਣ ਦਾ ਕਾਰਨ ਕੀ ਹੈ। ਆਉਂਦਾ ਜਦੋਂ ਤੂੰ ਘਰ ਦੇ ਵਿੱਚ ਰਿਹਾ ਕਰਦੀ ਸੀ ਤੈਨੂੰ ਰੂਪ ਦਾ ਅਭਿਮਾਨ ਹੋ ਗਿਆ, ਔਰ ਇੰਨਾ ਜ਼ਿਆਦਾ ਹੋ ਗਿਆ ਪਰਮਾਤਮਾ ਨੂੰ ਇਹਨੂੰ ਵਿਗਾੜਨਾ ਪਿਆ। ਹੁਣ ਤੂੰ ਸੇਵਾ ਕੀਤੀ ਹੈ, ਤੇਰਾ ਧਿਆਨ ਆਪਣੇ ਅਭਿਮਾਨ ਵੱਲੋਂ ਹਟ ਗਿਆ ਸੀ। ਜਿਵੇਂ ਹੰਕਾਰ ਵੱਲੋਂ ਧਿਆਨ ਹਟਿਆ, ਇਹ ਠੀਕ ਹੋਣਾ ਸ਼ੁਰੂ ਹੋ ਗਿਆ। ਇਸ ਕਰਕੇ ਇਹਦੇ ਠੀਕ ਹੋਣ ਦਾ ਕਾਰਨ ਹੈ ਅਭਿਮਾਨ ਨੂੰ ਛੱਡਣਾ। ਔਰ ਅੱਜ ਤੇ ਦੁਨੀਆ ਦੇ ਵਿੱਚ ਇਹ ਕਿਹਾ ਜਾਂਦਾ ਹੈ, ਵੱਡੇ ਵੱਡੇ ਮਨਸਵਿਦ ਇਹ ਗੱਲ ਕਹਿੰਦੇ ਨੇ, ਜਿਵੇਂ ਜਿਵੇਂ ਮਨੁੱਖ ਹੰਕਾਰ ਕਰਦਾ ਹੈ ਉਸ ਦਾ ਮਨ ਵਿਕਰਿਤ ਹੋਣਾ ਸ਼ੁਰੂ ਹੋ ਜਾਂਦਾ ਹੈ, ਵਿਗੜਨਾ ਸ਼ੁਰੂ ਹੋ ਜਾਂਦਾ ਹੈ। ਪਰ ਇਸ ਪ੍ਰਕਿਰਤੀ ਦੇ ਅੰਦਰ ਮਨੁੱਖ ਨੇ ਜਦੋਂ ਰਹਿਣਾ ਹੈ, ਬੜੇ ਸ਼ਾਂਤ ਤਰੀਕੇ ਨਾਲ ਰਹਿਣਾ ਚਾਹੀਦਾ। ਕਿਉਂ? ਕਿਉਂਕਿ ਪਰਮਾਤਮਾ ਨੇ ਜਿੱਥੇ ਹੰਕਾਰੀ ਪੈਦਾ ਕੀਤੇ ਨੇ, ਉੱਥੇ ਜਪੀ ਵੀ ਪੈਦਾ ਕੀਤੇ ਨੇ। ਇਸ ਕਰਕੇ ਸਿਆਣਾ ਮਨੁੱਖ, ਬੰਦਗੀ ਵਿੱਚ ਜੁੜਿਆ ਹੋਇਆ ਮਨੁੱਖ ਕਿਸੇ ਦੇ ਨਾਲ ਲੜਾਈ ਝਗੜੇ ਵੱਲ ਬੰਨੇ ਆਉਂਦਾ ਹੀ ਨਹੀਂ। ਉਹਨੂੰ ਪਤਾ ਹੈ ਇਹਦੇ ਨਾਲ ਝਗੜਨ ਦਾ ਕਾਰਨ ਨਹੀਂ, ਇਹਦੇ ਕਰਮ ਪਰਮਾਤਮਾ ਨੇ ਪਹਿਲਾਂ ਹੀ ਮਾੜੇ ਕੀਤੇ ਹੋਏ ਨੇ, ਮੈਨੂੰ ਇਹਦੇ ਨਾਲ ਝਗੜਨ ਦੀ ਕੀ ਲੋੜ ਹੈ। ਇਹਨੂੰ ਹੰਕਾਰ ਦੇ ਵਿੱਚ ਪਰਮਾਤਮਾ ਨੇ ਪਾਇਆ ਹੋਇਆ ਹੈ, ਇਹਦੇ ਤੇ ਹੰਕਾਰ ਦਾ ਛਤਰ ਪਰਮਾਤਮਾ ਨੇ ਸੁੱਟਿਆ ਹੋਇਆ ਹੈ, ਕ੍ਰੋਧ ਦਾ ਛਤਰ ਸੁੱਟਿਆ ਹੋਇਆ ਹੈ। ਮੈਨੂੰ ਲੜਨ ਦੀ ਲੋੜ ਨਹੀਂ। ਕਿਉਂ? ਕਿਉਂਕਿ ਜੇ ਮੈਂ ਇਹਦੇ ਨਾਲ ਲੜਾਂਗਾ ਫਿਰ ਮੇਰਾ ਮਨ ਵੀ ਇਹਦੇ ਵਰਗਾ ਹੋ ਜਾਏਗਾ। ਮਨੁੱਖ ਜਿਹੜਾ ਪਰਮਾਤਮਾ ਦੀ ਬੰਦਗੀ 'ਚ ਲੱਗਦਾ, ਉਹਨੂੰ ਇਹ ਚੀਜ਼ ਸਮਝ ਆ ਜਾਂਦੀ ਹੈ ਪਰਮਾਤਮਾ ਨੇ ਅਭਿਮਾਨੀ ਵੀ ਪੈਦਾ ਕੀਤੇ ਨੇ। ਕਈ ਕੋਟ ਅੰਧ ਅਗਿਆਨੀ, ਕਈ ਮਨੁੱਖ ਐਸੇ ਪੈਦਾ ਕੀਤੇ ਨੇ ਜਿਹੜੇ ਅਗਿਆਨਤਾ ਨਾਲ ਹੀ ਭਰੇ ਪਏ ਨੇ, ਜਿਨ੍ਹਾਂ ਨੂੰ ਸਮਝ ਹੀ ਨਹੀਂ, ਨਾ ਸੱਤ ਦੀ ਸਮਝ ਹੈ ਨਾ ਅਸੱਤ ਦੀ ਸਮਝ ਹੈ। ਸਾਧ ਸੰਗਤ, ਇਸ ਕਰਕੇ ਜਿਵੇਂ ਆਮ ਅਸੀਂ ਵੇਖਦੇ ਹਾਂ ਗਲੀ ਵਿੱਚ ਕੋਈ ਸ਼ਰਾਬੀ ਹੋਏ, ਜਦੋਂ ਸ਼ਰਾਬ ਦੇ ਵਿੱਚ ਉਹ ਚੂਰ ਹੋਏ, ਅੱਗੋਂ ਕੁਛ ਬੋਲਦਾ ਰਹੇ, ਸਿਆਣੇ ਮਨੁੱਖ ਕਹਿੰਦੇ ਨੇ ਛੱਡੋ ਇਹਨੂੰ, ਤੁਸੀਂ ਜਾਓ, ਇਹਦਾ ਤੇ ਦਿਮਾਗ ਨਹੀਂ ਹੈ, ਇਹਦੇ ਨਾਲ ਲੜੋਗੇ, ਲੜ ਕੇ ਆਪਣੇ ਆਪ ਨੂੰ ਹੀ ਕਾਲਾ ਕਰਨਾ ਹੈ, ਛੱਡੋ। ਸਾਧ ਸੰਗਤ, ਇਵੇਂ ਹੀ ਜਿਹੜੇ ਮਨੁੱਖ, ਬਾਣੀ ਕਹਿੰਦੀ ਮਨ ਮਾਇਆ ਮੈਂ ਫਦ ਰਹਿਓ, ਜਾਂ ਪ੍ਰਾਨੀ ਕਛੂ ਨਾ ਚੇਤਈ ਮਦ ਮਾਇਆ ਕੈ ਅੰਧ। ਇਵੇਂ ਜਿਹੜੇ ਮਨੁੱਖਾਂ ਨੂੰ ਮਾਇਆ ਦਾ ਨਸ਼ਾ ਚੜ ਜਾਂਦਾ ਹੈ, ਜੇ ਉਹ ਬੋਲ ਕਬੋਲ ਬੋਲਦੇ ਵੀ ਨੇ, ਨਿੰਦਾ ਚੁਗਲੀ ਦੇ ਬੋਲਦੇ ਵੀ ਨੇ, ਸਿਆਣੇ ਮਨੁੱਖ ਨੂੰ ਉਹਨਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਕਾਰਨ ਕੀ ਹੈ? ਉਸ ਦਾ ਕਾਰਨ ਇੱਕੋ ਹੀ ਹੈ, ਇਹਨਾਂ ਦੇ ਕਰਮ ਪਰਮਾਤਮਾ ਨੇ ਵਿਗਾੜੇ ਹੋਏ ਨੇ। ਜੇ ਮਨੁੱਖ ਇਹਨਾਂ ਦੇ ਨਾਲ ਲੜੇਗਾ, ਆਪਣੇ ਕਰਮ ਵਿਗਾੜਨ ਦੀ ਗੱਲ ਹੈ ਬਸ। ਇਸ ਕਰਕੇ ਜਿਹੜੇ ਮਨੁੱਖ ਮਾਇਆ ਦੇ ਨਸ਼ੇ ਵਿੱਚ ਚੂਰ ਨੇ, ਹੰਕਾਰ ਦੇ ਨਸ਼ੇ ਵਿੱਚ ਚੂਰ ਨੇ, ਅਭਿਮਾਨ ਦੇ ਨਸ਼ੇ ਵਿੱਚ ਚੂਰ ਨੇ, ਅਗਿਆਨਤਾ ਦੇ ਨਸ਼ੇ ਵਿੱਚ ਚੂਰ ਨੇ, ਉਹਨਾਂ ਤੋਂ ਦੂਰ ਹੀ ਰਹਿਣ ਦਾ ਫਾਇਦਾ ਹੈ। ਬਾਣੀ ਵੀ ਕਹਿੰਦੀ ਹੈ ਕਿ ਵੀਰ ਸਾਕਤ ਸੰਗ ਨਾ ਕੀਜੀਐ, ਦੂਰੋਂ ਹੋ ਜਾਈਐ ਭਾਗ। ਜੇ ਕੋਈ ਐਸਾ ਮਨੁੱਖ ਮਿਲਦਾ ਹੈ ਜਿਹਦੇ ਅੰਦਰ ਔਗੁਣਾਂ ਦਾ ਹੀ ਢੇਰ ਲੱਗਿਆ ਹੋਇਆ ਹੈ, ਉਹ ਤੋਂ ਦੂਰ ਹੀ ਰਹਿਣ ਦਾ ਫਾਇਦਾ ਹੈ। ਕਿਉਂ? ਕਿਉਂਕਿ ਬਾਸਨ ਕਾਲੋ ਪਰਸੀਐ ਤੋ ਕਿਛ ਲਾਗੈ ਦਾਗ। ਜੇ ਕਾਲੇ ਬਰਤਨ ਨੂੰ ਹੱਥ ਲਾਵਾਂਗੇ, ਕਾਲੇ ਬਰਤਨ ਦੇ ਨੇੜੇ ਲੱਗਾਂਗੇ, ਤੇ ਕਾਲੇ ਬਰਤਨਾਂ ਦੇ ਵਿੱਚ ਰਹਿ ਕੇ ਮਨੁੱਖ ਕੋਈ ਨਾ ਕੋਈ ਦਾਗ ਤੇ ਆਪਣੇ ਤੇ ਵੀ ਲਵਾਈ ਆਏਗਾ।
ਇਸ ਕਰਕੇ ਮਾੜਿਆਂ ਦੇ ਨਾਲ ਬੋਲ ਕਬੋਲ ਬੋਲਣ ਤੋਂ ਚੰਗਾ ਹੈ ਚੁੱਪ ਕਰਕੇ ਲੰਘ ਜਾਣਾ। ਮੈਨੂੰ ਕਈ ਵਾਰੀ ਗੁਰੂ ਅੰਗਦ ਸਾਹਿਬ ਜੀ ਦੀ ਗੱਲ ਯਾਦ ਆਉਂਦੀ ਹੈ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਪਿੰਡ ਦੇ ਵਿੱਚ ਰਹਿੰਦੇ ਹੁੰਦੇ ਸੀ। ਉੱਥੇ ਇੱਕ ਤਪਾ ਹੈ ਲੋਭੀ, ਬੜੇ ਲੋਭ ਦੇ ਵਿੱਚ ਗਰਸਿਆ ਹੋਇਆ ਹੈ। ਜਦੋਂ ਲੋਭ ਦੇ ਵਿੱਚ ਗਰਸਿਆ ਮਨੁੱਖ ਅੱਗੇ ਮਨੁੱਖ ਭਾਵੇਂ ਪਰਮਾਤਮਾ ਵੀ ਬੈਠਾ ਹੋਏ ਲੋਭੀ ਦੇ ਅੱਗੇ, ਪਰ ਲੋਭੀ ਦੀ ਬੁੱਧੀ ਇੰਨੀ ਖਰਾਬ ਹੋ ਜਾਂਦੀ ਹੈ ਉਹ ਪਰਮਾਤਮਾ ਨੂੰ ਵੀ ਨਹੀਂ ਸਮਝ ਪਾਏਗਾ। ਇਸ ਕਰਕੇ ਬਾਣੀ ਨੇ ਕਿਹਾ ਲੋਭੀ ਦਾ ਵਿਸਾਹ ਕਦੀ ਨਹੀਂ ਕਰਨਾ ਚਾਹੀਦਾ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਰਹਿੰਦੇ ਨੇ, ਬੰਦਗੀ ਕਰਦੇ ਨੇ। ਇੱਕ ਦਿਨ ਉਸ ਪਿੰਡ 'ਚ ਕਾਲ ਪੈ ਜਾਂਦਾ ਹੈ, ਮੀਂਹ ਨਹੀਂ ਪੈਂਦਾ। ਮੀਂਹ ਨਾ ਪੈਣ ਦੇ ਕਾਰਨ ਜ਼ਿਮੀਂਦਾਰਾਂ ਦੀਆਂ ਫਸਲਾਂ ਸੁੱਕਣੀਆਂ ਸ਼ੁਰੂ ਹੋ ਗਈਆਂ। ਸਾਰੇ ਪਿੰਡ ਦੇ ਲੋਕ, ਜਿਹੜਾ ਤਪਾ ਰਹਿੰਦਾ ਹੈ ਉੱਥੇ ਬੰਦਗੀ ਕਰਦਾ ਹੈ, ਉਹਨੂੰ ਆਪਣਾ ਵੱਡਾ ਵਡੇਰਾ ਸਮਝਦੇ ਨੇ। ਇਕੱਠੇ ਹੋ ਕੇ ਇਹਦੇ ਕੋਲ ਆਏ, ਤਪਾ ਜੀ ਬਾਰਿਸ਼ ਨਹੀਂ ਪੈ ਰਹੀ। ਤਪਾ ਕਹਿੰਦਾ ਬਾਰਿਸ਼ ਨਾ ਪੈਣ ਦਾ ਕਾਰਨ ਤੁਹਾਡੇ ਪਿੰਡ ਗੁਰੂ ਅੰਗਦ ਦੇਵ ਜੀ ਰਹਿੰਦੇ ਨੇ। ਉਹਨਾਂ ਨੇ ਸਾਰੀਆਂ ਰੋਹ ਰੀਤਾਂ ਵਿਗਾੜ ਦਿੱਤੀਆਂ ਨੇ, ਸਿਰਫ ਰੱਬ ਦਾ ਨਾਂ ਜਪਾਉਂਦੇ ਨੇ। ਇਸ ਕਰਕੇ ਬਾਰਿਸ਼ ਨਹੀਂ ਪੈ ਰਹੀ, ਰੱਬ ਨਾਰਾਜ਼ ਹੋ ਗਿਆ, ਉਹਨਾਂ ਨੂੰ ਪਿੰਡ ਚੋਂ ਕੱਢ ਦਿਓ। ਸਾਰੇ ਲੋਕ ਇਕੱਠੇ ਹੋ ਕੇ ਗੁਰੂ ਅੰਗਦ ਸਾਹਿਬ ਜੀ ਦੇ ਕੋਲ ਆਉਂਦੇ ਨੇ, ਕਹਿੰਦੇ ਚਲੋ ਪਿੰਡ ਚੋਂ ਬਾਹਰ ਜਾਓ, ਤੁਹਾਡਾ ਪਿੰਡ 'ਚ ਕੋਈ ਕੰਮ ਨਹੀਂ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਸਾਡਾ ਮੀਂਹ ਪਾਉਣ ਦੇ ਵਿੱਚ ਨਾ ਪਾਉਣ 'ਚ ਸਾਡਾ ਕੋਈ ਰੋਲ ਨਹੀਂ ਹੈ। ਬਾਰਿਸ਼ ਪੈਣੀ ਨਾ ਪੈਣੀ ਇਹ ਪ੍ਰਮਾਤਮਾ ਦਾ ਹੁਕਮ ਹੈ, ਸਾਡਾ ਤੇ ਇਹਦੇ ਵਿੱਚ ਕੋਈ ਦੋਸ਼ ਨਹੀਂ। ਕਹਿੰਦੇ ਨਹੀਂ, ਸਾਨੂੰ ਗੱਲਾਂ ਬਾਤਾਂ ਦੀ ਲੋੜ ਨਹੀਂ, ਤੁਸੀਂ ਇਹ ਪਿੰਡ ਚੋਂ ਬਾਹਰ ਜਾਓ, ਸਾਨੂੰ ਬਾਰਿਸ਼ ਦੀ ਲੋੜ ਹੈ। ਜਦੋਂ ਮਹਾਰਾਜ ਹੋਰ ਕਹਿਣ ਲੱਗੇ, ਉਹ ਕਹਿੰਦੇ ਨਹੀਂ, ਸਾਨੂੰ ਆਪਣੀਆਂ ਗੱਲਾਂ ਵੀ ਨਾ ਸੁਣਾਓ। ਗੁਰੂ ਸਾਹਿਬ ਕਹਿੰਦੇ ਨੇ ਠੀਕ ਹੈ ਭਾਈ, ਜਿਵੇਂ ਤੁਹਾਡੀ ਆਗਿਆ ਹੈ। ਆਪਣੇ ਘਰ ਨੂੰ ਛੱਡ ਕੇ ਮਹਾਰਾਜ ਹੱਥ ਜੋੜਦੇ ਨੇ, ਕਿਉਂਕਿ ਸਾਧ ਸੰਗਤ ਗੁਰੂ ਸਾਹਿਬ ਨੂੰ ਪਤਾ ਹੈ ਇਹ ਲੋਕ ਮੂਰਖਤਾ ਦੇ ਵਿੱਚ ਆਏ ਹੋਏ ਨੇ, ਤੇ ਮੂਰਖ ਦੇ ਨਾਲ ਝਗੜਨਾ ਚੰਗੀ ਗੱਲ ਨਹੀਂ। ਹੰਕਾਰੀਆਂ ਦੇ ਨਾਲ, ਲੋਭੀਆਂ ਦੇ ਨਾਲ ਝਗੜਨਾ ਚੰਗੀ ਗੱਲ ਨਹੀਂ। ਜਿਹੜੇ ਲੋਕ ਮਾਇਆ ਦੇ ਮੱਧ ਵਿੱਚ ਚੂਰ ਹੋ ਗਏ ਨੇ, ਉਹਨਾਂ ਦੇ ਨਾਲ ਝਗੜਨਾ ਚੰਗੀ ਗੱਲ ਨਹੀਂ, ਕਿਉਂਕਿ ਜਿਵੇਂ ਹੀ ਮਨੁੱਖ ਉਹਨਾਂ ਦੇ ਨਾਲ ਝਗੜੇਗਾ ਕੁਛ ਨਾ ਕੁਛ ਦਾਗ ਆਪਣੇ ਤੇ ਵੀ ਲੈ ਬੈਠੇਗਾ। ਮਹਾਰਾਜ ਗੁਰੂ ਅੰਗਦ ਸਾਹਿਬ ਜੀ ਚੁੱਪ ਕਰਕੇ ਪਿੰਡੋਂ ਨਿਕਲ ਗਏ। ਪਰ ਸਾਧ ਸੰਗਤ ਦੀ ਯਾਦ ਰੱਖਣਾ, ਜਦੋਂ ਕੋਈ ਮਨੁੱਖ ਕਿਸੇ ਦੇ ਵਧੀਕੀ ਕਰਦਾ ਹੈ, ਉਸ ਨੂੰ ਉਸ ਵਧੀਕੀ ਦਾ ਫਲ ਜ਼ਰੂਰ ਭੁਗਤਣਾ ਪੈਂਦਾ ਹੈ। ਅੱਜ ਨਹੀਂ ਭੁਗਤੇਗਾ, 6 ਮਹੀਨਿਆਂ 'ਚ ਭੁਗਤੇਗਾ। 6 ਮਹੀਨਿਆਂ 'ਚ ਨਹੀਂ ਭੁਗਤੇਗਾ, ਸਾਲ ਵਿੱਚ ਭੁਗਤੇਗਾ। ਪਰ ਸਾਧ ਸੰਗਤ ਸੱਚਾਈ ਤੇ ਕੀਤੀ ਹੋਈ ਵਧੀਕੀ ਮਨੁੱਖ ਨੂੰ ਜ਼ਿੰਦਗੀ ਵਿੱਚ ਲੈ ਪੈਂਦੀ ਹੈ, ਕਿਉਂਕਿ ਮਨੁੱਖ ਨਸ਼ੇ ਵਿੱਚ, ਮਾਇਆ ਦੇ ਨਸ਼ੇ ਵਿੱਚ ਵਧੀਕੀਆਂ ਕਰਤੇ ਬੈਠਦਾ ਹੈ। ਜਦੋਂ ਉਹਨਾਂ ਦੇ ਰਿਜ਼ਲਟ ਨਿਕਲਦੇ ਨੇ, ਉਹਨੂੰ ਆਪਣੀ ਜ਼ਿੰਦਗੀ 'ਚ ਪਰੇਸ਼ਾਨ ਹੋਣਾ ਪੈਂਦਾ ਹੈ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਬਾਹਰ ਗਏ, ਪਰ ਪਰਮਾਤਮਾ ਦੀ ਭਾਵੀ ਉਸ ਤਪੇ ਨੂੰ ਫਲ ਜ਼ਰੂਰ ਪਰਮਾਤਮਾ ਨੇ ਦੇਣਾ ਸੀ। ਪਿੰਡ ਦੇ ਲੋਕ ਗੁਰੂ ਸਾਹਿਬ ਨੂੰ ਬਾਹਰ ਕੱਢ ਆਏ, ਆ ਕੇ ਤਪੇ ਨੂੰ ਕਹਿੰਦੇ ਤਪਾ ਜੀ ਬਾਰਿਸ਼ ਪਵਾਓ। ਹੁਣ ਤਪਾ ਆਪਣੇ ਜੰਤਰ ਮੰਤਰ ਲਾਉਂਦਾ, ਕਹਿੰਦਾ ਬਾਰਿਸ਼ ਐਵੇਂ ਥੋੜੀ ਨਾ ਪੈ ਜਾਏਗੀ। ਬੜੇ ਜੰਤਰ ਮੰਤਰ ਲਾਏ ਪਰ ਬਾਰਿਸ਼ ਨਾ ਪਈ। ਇੰਨੇ 'ਚ ਗੁਰੂ ਅਮਰਦਾਸ ਜੀ ਉੱਥੇ ਸੇਵਾ ਕਰਿਆ ਕਰਦੇ ਸਨ। ਗੁਰੂ ਅਮਰਦਾਸ ਜੀ ਪਹੁੰਚੇ। ਭਾਵੇਂ ਕਿ ਸਾਧ ਸੰਗਤ ਕਰਾਮਾਤਾਂ ਕਹਿਰ ਹੁੰਦੀਆਂ ਨੇ, ਔਰ ਇਹ ਮੰਨਿਆ ਜਾਂਦਾ ਹੈ ਜਦੋਂ ਕਾਲ ਨੇ ਦੁਨੀਆ ਦੇ ਉੱਤੇ ਕਾਲ ਆਇਆ, ਕਾਲ ਨੇ ਇਹੀ ਪ੍ਰਮਾਤਮਾ ਨੂੰ ਕਿਹਾ ਸੀ ਵੀ ਇੱਕ ਤੇ ਤੁਹਾਡੇ ਜਿਹੜੇ ਮਹਾਂਪੁਰਖ ਨੇ ਇੱਥੇ ਆਉਣਗੇ, ਉਹ ਕਰਾਮਾਤਾਂ ਨਾ ਵਿਖਾਉਣ। ਦੂਜੀ ਗੱਲ ਉਹ ਕਰਾਮਾਤਾਂ ਨਾ ਵਿਖਾਉਣ, ਦੂਜੀ ਗੱਲ ਉਹ ਦੁਨੀਆ ਨੂੰ ਉਪਦੇਸ਼ ਤੇ ਕਰਨ, ਪਰ ਧੱਕੇ ਨਾਲ ਪਰਮਾਤਮਾ ਨਾਲ ਨਾ ਜੁੜਨ, ਫਿਰ ਤੇ ਮੇਰੀ ਸੱਤਾ ਬਣੀ ਰਹੇਗੀ। ਇੱਕ ਵਚਨ ਹੋਰ ਵੀ ਉਹਨੇ ਕੀਤਾ ਹੈ। ਇਸ ਕਰਕੇ ਕਹਿੰਦੇ ਨੇ ਜਦੋਂ ਗੁਰੂ ਅਮਰਦਾਸ ਜੀ ਆਏ, ਉਹ ਕਰਾਮਾਤ ਨਹੀਂ ਵਿਖਾ ਰਹੇ। ਆਏ ਨੇ, ਪੁੱਛਦੇ ਨੇ ਗੁਰੂ ਅੰਗਦ ਦੇਵ ਜੀ ਕਿੱਥੇ ਨੇ? ਕਹਿੰਦੇ ਉਹਨਾਂ ਨੂੰ ਤੇ ਪਿੰਡੋਂ ਬਾਹਰ ਕੱਢ ਦਿੱਤਾ ਗਿਆ ਹੈ। ਕੀ ਦੋਸ਼ ਹੈ? ਕਹਿੰਦੇ ਬਾਰਿਸ਼ ਨਹੀਂ ਪਈ ਹੈ। ਗੁਰੂ ਅਮਰਦਾਸ ਜੀ ਕਹਿੰਦੇ ਪਿੰਡ ਦੇ ਲੋਕਾਂ ਨੂੰ ਲੋਭਿਓ, ਇੱਕ ਪਰਮਾਤਮਾ ਦੀ ਸਾਖਸ਼ਾਤ ਮੂਰਤ ਨੂੰ ਤੁਸੀਂ ਆਪਣੇ ਪਿੰਡ ਚੋਂ ਬਾਹਰ ਕੱਢਿਆ ਹੈ, ਔਰ ਤੁਸੀਂ ਇਹ ਚਾਹੁੰਦੇ ਹੁਣ ਬਾਰਿਸ਼ ਪਵੇਗੀ? ਐਵੇਂ ਨਹੀਂ ਹੋਣਾ। ਕਹਿੰਦੇ ਐਵੇਂ ਕਰੋ, ਉਹ ਤਪੇ ਨੂੰ ਫੜੋ, ਜਿੱਥੋਂ ਤਾਈਂ ਵੀ ਉਹਨੂੰ ਘਸੀਟੋਗੇ ਉੱਥੋਂ ਤਾਈਂ ਬਾਰਿਸ਼ ਪਵੇਗੀ, ਜਾਓ ਲੈ ਜਾਓ ਉਹਨੂੰ।
ਸਾਧ ਸੰਗਤ ਸਾਧੂ ਬੋਲੇ ਸਹਿ ਸੁਭਾਏ। ਜਿਹੜੇ परमात्मा ਦੇ ਵਿੱਚ ਜੁੜੇ ਹੋਏ ਲੋਕ ਹੁੰਦੇ ਨੇ ਸਹਿ ਸੁਭਾਏ ਵਚਨ ਕਰਦੇ ਨੇ, ਪਰ ਕੀਤਾ ਹੋਇਆ ਵਚਨ ਕਦੇ ਬਿਰਥਾ ਨਹੀਂ ਜਾਂਦਾ, ਕਿਉਂਕਿ ਉਹਨਾਂ ਦੇ ਵਿੱਚ ਜਪ ਤੇ ਤਪ ਦਾ ਜ਼ੋਰ ਹੀ ਇੰਨਾ ਤਕੜਾ ਹੁੰਦਾ ਹੈ। ਜਿਵੇਂ ਉਹ ਆਏ, ਉਹਨਾਂ ਤਪੇ ਨੂੰ ਬਾਹਰ ਕੱਢਿਆ ਘਰੋਂ, ਥੋੜੀ ਜਿਹੀ ਬਾਰਿਸ਼ ਪੈਣੀ ਸ਼ੁਰੂ ਹੋ ਗਈ, ਖੁਸ਼ ਹੋ ਗਏ, ਕਾਲੀਆਂ ਘਟਾਵਾਂ ਚੜੀਆਂ ਖਿੱਚ ਕੇ ਲੈ ਗਏ। ਜਿੱਥੋਂ ਜਿੱਥੋਂ ਤੇ ਤਪੇ ਨੂੰ ਖਿੱਚਿਆ ਬਲਦਾਂ ਦੇ ਪਿੱਛੇ ਪਾ ਕੇ, ਉੱਥੋਂ ਤੋਂ ਤੇ ਬਾਰਿਸ਼ ਪਈ। मैं आप जी नाल जिहड़ी गल कर रहा, परमात्मा ने कई करोड़ लोग अभिमानी बनाए ने, पर जिहड़े अभिमानी बनाए ने मनुख नूं चाहीदा है आप बंदगी विच जुड़िया रहे। कई कोट अंध अगियानी, कई करोड़ां ही लोग ऐसे ने जिहड़े अज्ञानता नाल ही भरे ने, जिन्हां नूं परमेश्वर बारे पता ही नहीं। वो करदा की है, वो रहिंदा कित्थे है, उन्हें मैनूं की दिता होया कदे विचारिया ही नहीं। वो है भी या नहीं है, ये जिंदगी च कदे विचार ही नहीं की। बड़े घट लोग ऐसे हुंदे ने जिहड़े जिंदगी विच परमात्मा ते विचार करते हैं। मनुख रोटी ते विचार कर लैंदा है, दुनियावी पदार्थां ते विचार कर लैंदा है, बाहरले देशां ते विचार कर लैंदा है, राजनीति ते विचार कर लैंदा है, परमात्मा ते विचार नहीं करता। पर साध संगत जिहड़ा परमात्मा ते नहीं विचार करता, वो अकिरत घण मनुख है। क्योंकि जिन्नू परमात्मा नाल प्रेम नहीं ना लग्या, वो दुनिया में जिहदे नाल भी प्रेम करेगा उहदे नाल ही धोखा करेगा, भावें वो किसी नाल ही करे। वो परिवार नाल भी धोखा कर सकता है। क्यों? जिस मनुख ने उस परमात्मा दी दित्तियां होईयां दातां दा शुक्र नहीं ना किया, वो फिर दुनिया में किसी का शुक्र भी नहीं करेगा। वो परमात्मा जिन्हें ये आउण तो पहला दुध का प्रबंध किया, ये दंद नहीं सी, उन्होंने पता सी रोटी नहीं चबा पाएगा, दुध का प्रबंध किया, दुध पियाया, इनू संभालण वास्ते माता पिता बनाए ने, उन्हां दे विच मोह पाया। उस परमात्मा नूं जिहड़ा भुल जांदा है, बाणी कहंदी अपनी जिंदगी दे विच दुखी ही रहिंदा है। जिन्हें कदी परमात्मा का नाम नहीं लिया, साध संगत मैं माफ़ी मंग के बेनती करा, वो बंदा विश्वास के लायक नहीं है। क्योंकि जिहड़े लोग परमात्मा तो अकिरत घण हो गए ने, वो मनुख विश्वास के लायक नहीं हुंदे। जिहड़ा मनुख बंदगी विच नहीं जुड़िया, बाणी कहंदी है वो अकिरत घण है, ते अकिरत घण मनुख कदे विश्वास के पात्र नहीं हुंदे। जिहड़े परमात्मा दीयां नियामतां लैके, अखां लैके, जिन्हें शरीर दिता उहदा शरीर लैके उहदा नाम नहीं कदी लै रहे, एक ही गारंटी है दुनिया तो पदार्थ लैके जिहदे तो लए ने उहदा नाम भी ले लैणगे, नहीं लैणगे। इस करके मनुख परमात्मा तो वस्तुआं लैंदा है, उहनूं भुल जांदा है। एवें रिश्तेदार 10 वारी इत्ते परोपकार कर देण, 11वीं वारी ना करन, ये उहनां नूं भी भुल जांदा है, उहनां नूं भी माड़ा चंगा बोलदा है, रब नूं भी बोलदा है, उहनां नूं भी बोलदा है। ऐसे मनुख भी परमात्मा ने बनाए ने। कई कोट अंध अज्ञानी, बिल्कुल अन्ने ने, जिन्होंने दुनिया में परमात्मा नज़र ही नहीं आता, बिल्कुल अज्ञानता में रुझे हुए ने। अगे महाराज कहते कई कोट किरपन कठोर, कई कोट अभिग आत्म निकोर। कई मनुख ऐसे ने जिन्होंने धन भी दिता होया है, पर वो शूम ने। ये बिरती भी उन्हें बनाई है, ये उहदी प्रकृति है। कई ऐसे ने जिहड़े खर्चा करते ने, कई बिल्कुल शूम ने। ये सूम बनाना ये भी परमात्मा की रचना है। अगे महाराज कहते कई कोट पर दरब को हिर हैं, कई कोट पर दुख ना कर हैं। कई लोग ऐसे ने जिन्होंने परमात्मा ने ऐसी मत दी हुई है, वो दूजे का हिरदा दिखाते हैं, पर दुख ना कर हैं। कई कोट पर दरब को हिर हैं। कई लोग ऐसे ने अपना धन ते की करना है, दूजे के धन नूं भी खोंदे ने। ये भी बिरती। साध संगत भावें ये बिरतियां बनाईयां ने परमात्मा ने, पर इन्हां बिरतियां दे फल जरूर मिलते हैं। मैं कल शाम भी बेनती की है, बाणी कहती जो कुछ बीजने उहदा फल मिलेगा जरूर। पुराने संत महापुरख क्या करते सन, भावें तुसी बंदगी करो, चंगे कर्म करो, वो भी 1000 गुणा मिलते हैं, सेवा करो वो भी 1000 गुणा मिलती है।
पर मन दे विच माड़ी सोच रखी वो भी 1000 गुणा मिलती है। कई कर्मां नूं साड़ दिंदी है। वो भी माने कहते जैसा बीजै सो लूणै कर्मा संधड़ा खेत। इत्थे मनुख जो बीजदा ਉਹਨੂੰ ਵੱਢਣਾ ही पैंदा है। वो ਵੱਖਰੀ गल है अज ਵੱਢੇ ਜਾਂ 6 ਮਹੀਨਿਆਂ 'ਚ ਵੱਢੇ, वो ਵੱਖਰੀ गल है। इत्थे महाराज कहते ने कई कोट पर दर्ब को ही रह। कई मनुखा नूं परमात्मा ने किन्नी उन्हां दे कर्म माड़े ने दूजे दा धन खोण ते लाया। हुण जिहड़ा दूजे दा धन खोंदा है वो शांत थोड़ी ना होएगा। जिहदी ड्यूटी परमात्मा ने दूजे दा धन खोण ते लाई है, जेदा खो के लिआया है, ਉਹਦੇ दिल दीयां ਜਿਹੜੀਆਂ आत्मा दीयां चीकां होणगीਆਂ कि ਉਹਨੂੰ सुण देणगीਆਂ। जे किसी दे बच्चिਆਂ ਦੇ ਮੂੰਹ ਦਾ ਨਿਵਾਲਾ ਖੋਲਿਆ कि ਉਹਦੇ ਬੱਚਿਆਂ ਦੀਆਂ ਚੀਕਾਂ आत्मा तो निकली हुई आवाज़ कि ਉਹ ਮਨੁੱਖ ਨੂੰ ਸੁਣ ਦੇਵੇਗੀ? नहीं सुन दिंदी। साध संगत दूजे ਦਾ आया होया पैसा कई बार अपना भी पैसा घरों लै जांदा है। दूजे ਦਾ धन दूजे ਦਾ ते लै जाना ही लै जाना है। साध संगत कई बारी अपना भी लै जाता है। इस करके सच्चे पातशाह साहब जी कहते ने जिहड़े लोग दूजे का धन एकत्र करते हैं, याद रखना या तो उन्होंने घरां च बहुतियां बीमारियां ते जां कलेश, ये दो चीज़ों विचों एक चीज़ जरूर मिलेगी। जिथे ऐसा धन आउंदा है जिहड़ा दूजे का है, उत्थे या तो मलेश बिरती, जिथे परमात्मा का कोई नाम नहीं हुंदा, वो बिरती तुहानूं प्रबल मिलेगी उस घर च। जिथे वो कदे परमात्मा का नाम नहीं लैणगे, सिर्फ अभिमान दियां ते अज्ञान दियां गल्लां करनगे। दूजी गल उत्थे वरतारा नशे का होएगा। ये चीज़ां ये आम लक्षण उन्हां घरां विच वेखण नूं मिलदे ने जिथे दूजे का धन आउंदा होए। जिहड़े लोग दूजिਆਂ ਦਾ दिल दिखाउंदे ने अक्सर वो लोग क्रोधी हुंदे ने, अक्सर वो लोग अभिमानी हुंदे ने, ताई तो दिल दिखाउंदे ने। अगे महाराज कहंदे ने कई कोट माया श्रम माहे, कई कोट परदेस परमाहे। कई परमात्मा नूं कईयां नूं कित्थे लाया है? सिर्फ माया दे श्रम विच। दिन रात चिंतन माया दा है। अज इन्नी हो गई है, कल इन्नी हो जाएगी, इन्ना घाटा पै गया, इन्ना वाधा हो गया। सिर्फ यही विचार दिन रात, और कोई विचार ही नहीं। दिन रात सिर्फ यही चिंतन, होर कोई चिंतन ही नहीं, होर कोई विचार ही नहीं। पर यह बिरती परमात्मा ने बनाई है। ये बिरती परमात्मा ने भी। साध संगत आपां कई बारी कहने आप सत संगत विच आए हो, सत संगत विच लैके आउण वाला परमात्मा है। और बाणी ने तां ही कहा जिन्हां नूं सत संगत मिलती है उन्होंने कहते ने वड भागी हर संगत पावै। ये वड्डे भागां दी निशानी है। हो सकता है सत संगत च आउण वाले कोल माया की कमी होए, ये हो सकता है। पर साध संगत माया की कमी का मतलब रोटी तो उन्होंने मिलती होएगी, मकान तो उहदे कोल होणगे, ना भी होणगे। बाणी ये कहती है परमात्मा ने सिर्फ रोटी का प्रयोजन इन्ना पेट नूं भरना। हो सकता है संगत च आउण वाला शुरू दे विच गरीबी की मार झलदा होए, पर जिमें जिमें बंदगी करेगा उस दे अगे ये भी ऑप्शन होएगा, उन्हें माया लैनी है तो अज लै सकता है, ये भी समा आ जाएगा। पर वो वक्री गल है, बंदगी करन वाले माया नूं साइड च रख देंदे ने। कहते परमात्मा इन्नी क दे दे बस, जिन्ने नाल घर परिवार का काम चलता रहे, बस इन्नी। आपां जदों आरती दे विच वेखदे हां भगत धन्ना जी परमात्मा तो की मानते हैं? सराहना दे दे, तलाई दे दे, मंजा दे दे, अनाज दे दे, रोटी दे दे, बस ये गल्लां। ये नहीं कह रहे रोटी दे, वड्डी दे, चौखी दे, ये नहीं कह रहे। कई कोट माया श्रम माहे। कई लोग हमेशा माया के चिंतन में ही रहते हैं दिन रात, उन्हां अगे परमात्मा का चिंतन आउंदा ही नहीं। हुण ये जिहड़ी बिरती बनाई परमात्मा ने बनाई है, ऐसे मनुख नूं परमात्मा अगे अरदास करनी चाहिए है, परमात्मा जी किरपा करो मेरे ते, माया तो मेरे को बड़ी है, किते थोड़ा जा अपना ज्ञान भी दिओ। ये तो मैनू इत्थे लाया ही होया तुसीं, किते मेरे ते ये किरपा भी करो, मैं दुनिया दे विच आया किते माया दे चिंतन विच ही ना तुर जावां। कदे ऐसी भी किरपा करियो प्रभ कै सिमरन ज्ञान ध्यान तत् बुद्ध, मैनू थोड़ा ज्ञान भी हासिल होए। माया कमाई है तो क्यों कमाउणी है?
ਇਹਦੀ ਵਰਤੋਂ ਮੈਨੂੰ ਸਿਖਾਇਓ। ਬਾਣੀ ਕਹਿੰਦੀ ਮਾਇਆ ਕਮਾਉਣੀ ਮਾੜੀ ਨਹੀਂ ਹੈ। ਜੇ ਮਨੁੱਖ ਨੂੰ ਮਾਇਆ ਦੀ ਵਰਤੋਂ ਨਹੀਂ ਆਈ ਸਾਧ ਸੰਗਤ, ਇਹ ਸਭ ਕੁਝ ਹੀ ਮਾੜਾ ਕਰ ਜਾਂਦੀ ਹੈ। ਸਿਰਫ ਇਹਦੀ ਵਰਤੋਂ ਆਉਣੀ ਜ਼ਰੂਰੀ ਹੈ। ਸਿਰਫ ਮਾਇਆ ਨੂੰ ਗੁਰਸਿੱਖ ਮਾਇਆ ਦਾ ਵਰਤਣਾ ਸਿੱਖ ਲੈਂਦੇ ਨੇ। ਮਾਇਆ ਘਰ ਹੈਗੀ ਹੈ, ਇਹਦਾ ਵਰਤਾਵ ਕਿਵੇਂ ਕਰਨਾ ਹੈ, ਇਹਦੀ ਵਰਤੋਂ ਕਿੱਥੇ ਕਰਨੀ ਹੈ, ਤੇ ਇਹਦੀ ਸਹੀ ਵਰਤੋਂ ਕੀ ਹੈ। ਤੇ ਇਹਦੇ ਵਿੱਚ ਰਹਿੰਦਿਆਂ ਵੀ ਅੰਜਨ ਮਾਹੇ ਨਿਰੰਜਨ ਰਹੀ ਹੈ, ਜੋਗ ਜੁਗਤ ਇਵ ਪਾਈ ਹੈ। ਕਾਲਖ ਦੇ ਵਿੱਚ ਰਹਿੰਦਿਆਂ ਵੀ ਬੇਕਾਲਖ ਰਹਿਣਾ, ਦਾਗਾਂ ਦੇ ਵਿੱਚ ਰਹਿੰਦਿਆਂ ਵੀ ਬੇਦਾਗ ਰਹਿਣਾ। ਕਈ ਕੋਟ ਮਾਇਆ ਸ਼ਰਮ ਮਾਹੇ, ਕਈ ਕੋਟ ਪਰਦੇਸ ਪਰਮਾਹੇ। ਕਈ ਲੋਕ ਘਰਾਂ ਤੋਂ ਤੁਰੇ ਨੇ, ਕਦੀ ਕਿਤੇ ਘੁੰਮਦੇ ਫਿਰਦੇ ਨੇ, ਕਦੀ ਕਿਤੇ। ਕਈਆਂ ਨੂੰ ਪਰਮਾਤਮਾ ਨੇ ਇਸ ਪ੍ਰਵਿਰਤੀ ਦਾ ਬਣਾਇਆ। ਅੰਤ ਦੇ ਵਿੱਚ ਮਹਾਰਾਜ ਬੜੀ ਵੱਡੀ ਗੱਲ ਕਹਿੰਦੇ ਨੇ, ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਇਹ ਪਰਮਾਤਮਾ ਜੀ, ਜਿਹਨੂੰ ਤੂੰ ਜਿੱਥੇ ਜਿੱਥੇ ਲਾਇਆ ਆਪਣੇ ਆਪ ਹੀ ਲਾਇਆ। ਪਰ ਸਾਧ ਸੰਗਤ ਯਾਦ ਰੱਖਣਾ, ਜਿਹਨੂੰ ਬੰਦਗੀ ਚ ਲਾਇਆ ਸਮਝੋ ਚੰਗੀ ਥਾਂ ਲਾਇਆ। ਕਿਉਂ? ਉਹ ਸ਼ਾਂਤ ਰਹਿੰਦਾ ਹੈ। ਹੁਣ ਜਿਹਨੂੰ ਅਭਿਮਾਨ ਦੇ ਵਿੱਚ ਲਗਾਇਆ, ਜਿਹਨੂੰ ਮਾਇਆ ਦੇ ਸ਼ਰਮ ਵਿੱਚ ਲਾਇਆ ਤੇ ਬੰਦਗੀ ਦਿੰਦਾ ਹੀ ਨਹੀਂ, ਉਹ ਦਿਨ ਰਾਤ ਪਰੇਸ਼ਾਨ ਹੈ। ਉਹਨੂੰ ਚੋਰਾਂ ਦਾ ਡਰ ਹੈ, ਉਹਨੂੰ ਘਟਣ ਦਾ ਡਰ ਹੈ, ਉਹਨੂੰ ਇਹ ਡਰ ਹੈ ਮੇਰੀ ਇੱਜ਼ਤ ਤੇ ਅਸਵਾਬ ਚਲੀ ਨਾ ਜਾਏ। ਕਿਉਂਕਿ ਜਿਉਂ-ਜਿਉਂ ਮਾਇਆ ਵਧੇਗੀ ਜ਼ਿੰਮੇਵਾਰੀਆਂ ਵੀ ਤੇ ਵਧਣਗੀਆਂ। ਜਿੰਨੀਆਂ ਜ਼ਿਆਦੀਆਂ ਜ਼ਿੰਮੇਵਾਰੀਆਂ ਹੋਣਗੀਆਂ ਉਨੀ ਜ਼ਿਆਦਾ ਪਰੇਸ਼ਾਨੀ ਵੀ ਹੋਏਗੀ। ਹੁਣ ਪਰਮਾਤਮਾ ਨੇ ਜਿਹਨੂੰ ਜਿੱਥੇ ਜਿੱਥੇ ਲਾਇਆ ਹੈ ਆਪਣੀ ਨਜ਼ਰ ਦੇ ਵਿੱਚ ਲਾਇਆ ਹੋਇਆ ਹੈ। ਪਰ ਉਹ ਵਡਭਾਗੀ ਮਨੁੱਖ ਨੇ ਜਿਨ੍ਹਾਂ ਨੂੰ ਪਰਮਾਤਮਾ ਨੇ ਬੰਦਗੀ ਵਾਲੇ ਬੰਨੇ ਲਾਇਆ ਹੈ, ਬਾਣੀ ਵਾਲੇ ਬੰਨੇ ਲਾਇਆ ਹੈ, ਧਾਰਮਿਕ ਕਾਰਜਾਂ ਦੇ ਵਿੱਚ ਲਾਇਆ ਹੋਇਆ ਹੈ। ਜਿਹੜੇ ਮਨੁੱਖਾਂ ਨੂੰ ਪਰਮਾਤਮਾ ਨੇ ਆਪਣਾ ਨਾਮ ਦਿੱਤਾ ਹੋਇਆ ਹੈ, ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਨੇ, ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾਂ ਖਾਵੈ। ਵਿਣ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਬਿਨਾਂ ਭਾਗਾਂ ਤੋਂ ਸੰਗਤ ਨਹੀਂ ਮਿਲਦੀ, ਔਰ ਬਿਨਾਂ ਸੰਗਤ ਤੋਂ ਮਨੁੱਖ ਦਿਨ ਰਾਤ ਉਹਦਾ ਚਿੱਤ ਕਠੋਰ ਬਣਿਆ ਰਹਿੰਦਾ ਹੈ। ਸਾਧ ਸੰਗਤ ਕਦੀ ਮਨੁੱਖ ਇਹ ਸੋਚੇ ਮੈਂ ਜ਼ਿੰਦਗੀ ਦੇ ਵਿੱਚ ਜੀ ਰਿਹਾ, ਮੈਨੂੰ ਪਰੇਸ਼ਾਨੀ ਕੀ ਹੈ। ਆਪ ਜੀ ਇੱਕ ਚੀਜ਼ ਨੋਟ ਕਰੋਗੇ, ਨਾ ਅੰਨ ਦੀ ਪਰੇਸ਼ਾਨੀ ਵਿਖੇਗੀ, ਨਾ ਕੱਪੜਿਆਂ ਦੀ ਵਿਖੇਗੀ, ਪਰ ਫਿਰ ਵੀ ਅੰਦਰ ਪਰੇਸ਼ਾਨੀ ਰਹੇਗੀ। ਹੁਣ ਉਹ ਪਰੇਸ਼ਾਨੀ ਬੜੀ ਸੂਖਮ ਹੈ, ਬੜੀ ਸੂਖਮ ਰੂਪ ਦੇ ਵਿੱਚ ਪਰੇਸ਼ਾਨੀ ਕੀ ਹੈ? ਪਰਮਾਤਮਾ ਦਾ ਵਿਛੋੜਾ। ਪਰਮਾਤਮਾ ਦਾ ਵਿਛੋੜਾ ਸਭ ਤੋਂ ਵੱਡੀ ਪਰੇਸ਼ਾਨੀ ਹੈ। ਜਦੋਂ ਤਾਈਂ ਮਨੁੱਖ ਦੇ ਅੰਦਰ ਵਿਵੇਕ ਬੁੱਧ ਨਹੀਂ ਆਏਗੀ, ਉਦੋਂ ਤਾਈਂ ਪਰੇਸ਼ਾਨੀ ਬਣੀ ਰਹੇਗੀ। ਔਰ ਕਿਉਂਕਿ ਮਨੁੱਖ ਇਹ ਸਮਝਦਾ ਹੈ ਮੇਰੀ ਪਰੇਸ਼ਾਨੀ ਦਾ ਕਾਰਨ ਮਾਇਆ ਹੈ, ਮਾਇਆ ਨਹੀਂ ਹੈ। ਇਹਦੀ ਪਰੇਸ਼ਾਨੀ ਦਾ ਕਾਰਨ ਪਰਮਾਤਮਾ ਦਾ ਵਿਛੋੜਾ ਹੈ। ਜਿਵੇਂ ਜਿਵੇਂ ਮਨੁੱਖ ਪਰਮਾਤਮਾ ਨਾਲ ਜੁੜਦਾ ਰਹੇਗਾ, ਉਵੇਂ ਉਵੇਂ ਇਹਦੇ ਅੰਦਰ ਦੀ ਸ਼ਾਂਤੀ ਜਿਹੜੀ ਬਣਦੀ ਜਾਏਗੀ। ਸੋ ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਕੱਲ ਨੂੰ ਮਹਾਰਾਜ ਜੀ ਨੇ ਜਿੱਥੇ ਇਹ ਦੱਸਿਆ ਹੈ, ਉਹਦੀ ਪ੍ਰਕਿਰਤੀ ਦੇ ਵਿੱਚ ਕਈਆਂ ਨੂੰ ਉਹਨੇ ਅਭਿਮਾਨ ਵਾਲੇ ਬੰਨੇ ਲਗਾਇਆ ਹੈ, ਕਈਆਂ ਨੂੰ ਮਾਇਆ ਇਕੱਠੀ ਕਰਨ ਦੇ ਵਿੱਚ ਲਾਇਆ ਹੈ। ਕਿਉਂਕਿ ਸਾਧ ਸੰਗਤ ਕਈ ਪ੍ਰਕਿਰਤੀ ਦੇ ਵਿੱਚ ਐਸੇ ਲੋਕ ਨੇ ਜਿਨ੍ਹਾਂ ਨੂੰ ਪਰਮਾਤਮਾ ਨੇ ਸਿਰਫ ਇਕੱਠੀ ਕਰਨ ਵਾਸਤੇ ਲਾਇਆ, ਵਰਤਣ ਵਾਸਤੇ ਨਹੀਂ। ਬਾਣੀ ਕਹਿੰਦੀ ਛੂਮੇ ਧਨ ਰਾਖਣ ਕੋ ਦੀਆ, ਮੁਗਧ ਕਹਿ ਧਨ ਮੇਰਾ। ਪਰਮਾਤਮਾ ਨੇ ਕਈਆਂ ਨੂੰ ਸਿਰਫ ਇਕੱਠਾ ਕਰਨ ਵਾਸਤੇ ਦਿੱਤਾ ਹੈ, ਵਰਤਣ ਵਾਸਤੇ ਨਹੀਂ। ਤੇ ਕਈਆਂ ਨੂੰ ਵਰਤਣ ਵਾਸਤੇ ਦਿੱਤਾ, ਉਹ ਇਕੱਠਾ ਨਹੀਂ ਕਰਦੇ, ਐਸਾ ਵੀ ਹੈ। ਇਸ ਕਰਕੇ ਮਹਾਰਾਜ ਜੀ ਨੇ ਜਿੱਥੇ ਅੱਜ ਇਹਨਾਂ ਬਿਰਤੀਆਂ ਦੀ ਗੱਲ ਕੀਤੀ ਹੈ, ਕੱਲ ਨੂੰ ਉਹ ਅੱਗੇ ਗੱਲ ਕਰਨਗੇ ਪਰਮਾਤਮਾ ਦੀ ਪ੍ਰਕਿਰਤੀ 'ਚ ਕਈ ਜੋਗੀ ਨੇ, ਕੋਈ ਭੋਗੀ ਨੇ, ਕਈ ਪੰਖੀ ਨੇ, ਕਈ ਰਾਜੇ ਨੇ। ਕੱਲ ਨੂੰ ਉਹਨਾਂ ਦੇ ਉੱਤੇ ਅਸੀਂ ਵਿਚਾਰ ਕਰਾਂਗੇ।